ਗੁੱਡ ਈਵਨਿੰਗ एवरीवन ਵੈਲਕਮ ਬੈਕ ਟੂ योर ऑन ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਪੀਟੈਟ ਦਾ ਐਗਜ਼ਾਮ ਹੋ, ਸੀਟੈਟ ਦਾ ਐਗਜ਼ਾਮ ਹੋ, ਈਵਨ ਮਾਸਟਰ ਕੈਡਰ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਹਾਂਜੀ, ਅੱਜ ਆਪਾਂ ਫਿਜ਼ਿਕਸ ਦੀ ਜੋ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਸ ਨੂੰ ਕੰਟੀਨਿਊ ਕਰਾਂਗੇ ਜੋ ਤੁਹਾਡੇ एग्ज़ाम ਦੇ ਲਈ ਮੋਸਟ ਇੰਪੋਰਟੈਂਟ ਰਹੇਗੀ। ਐਜ਼ ਯੂ ਨੋ ਆਪਾਂ ਐਟੋਮਿਕ ਐਂਡ ਮੋਲੀਕੂਲਰ ਫਿਜ਼ਿਕਸ ਸਟਾਰਟ ਕੀਤੀ ਹੋਈ ਹੈ, ਠੀਕ ਹੈ ਜੀ। ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਮੋਸਟਲੀ ਆਪਾਂ ਕਵਰ ਅਪ ਕਰ ਚੁੱਕੇ ਹਾਂ। ਅੱਜ ਆਪਾਂ ਜੋ ਲਾਸਟ ਟੌਪਿਕ ਕੀਤਾ ਸੀ ਆਈ ਹੋਪ ਤੁਸੀਂ ਉਹ ਕੰਪਲੀਟ ਕਰ ਲਿਆ ਐਂਡ ਤੁਹਾਨੂੰ ਸਮਝ ਵੀ ਆ ਚੁੱਕਿਆ। ਆਪਾਂ ਗੱਲ ਕਰ ਰਹੇ ਸੀ ਇਲੈਕਟ੍ਰੋਨਿਕ ਸਪੈਕਟਰਾ ਦਾ ਐਂਡ ਰੋਟੇਸ਼ਨਲ ਸਪੈਕਟਰਾ ਦੀ। ਆਪਾਂ ਕੀ ਕੀਤੀ ਸੀ, ਗੱਲ ਕੀਤੀ ਸੀ ਰੋਟੇਸ਼ਨਲ ਸਪੈਕਟਰਾ ਨੂੰ ਡਿਸਕਸ ਕਰ ਰਹੇ ਸੀਗੇ, ਠੀਕ ਹੈ ਜੀ। ਐਂਡ ਇਲੈਕਟ੍ਰੋਨਿਕ ਸਪੈਕਟਰਾ ਆਪਾਂ ਕੀਤਾ ਸੀ। ਆਈ ਹੋਪ ਤੁਸੀਂ ਉਹ ਵੀਡੀਓਜ਼ ਦੇਖ ਚੁੱਕੇ ਹੋ ਅਤੇ ਤੁਹਾਡਾ ਉਹ ਕੀ ਹੈ ਕਨਸੈਪਟਸ ਕਲੀਅਰ ਹੋ ਚੁੱਕੇ ਹੈ। ਅਗਰ ਕੋਈ ਵੀ ਉਸ ਰਿਗਾਰਡਿੰਗ ਡਾਊਟ ਹੈ ਤਾਂ ਤੁਸੀਂ ਕੀ ਹੈ ਕਲੀਅਰ ਕਰ ਸਕਦੇ ਹੋ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੋ ਨੈਕਸਟ ਆਪਣਾ ਟੌਪਿਕ ਹੋਏਗਾ, ਕਲੀਅਰ। ਦੇਖੋ ਅੱਜ ਆਪਾਂ ਗੱਲ ਕਰਾਂਗੇ ਵਾਈਬ੍ਰੇਸ਼ਨਲ ਸਪੈਕਟਰਾ ਬਾਰੇ। ਵਾਈਬ੍ਰੇਸ਼ਨਲ ਸਪੈਕਟਰਾ ਨੂੰ ਡਿਸਕਸ ਕਰਾਂਗੇ, ਠੀਕ ਹੈ ਜੀ। ਦੇਖੋ ਅਗਰ ਮੈਂ ਗੱਲ ਕਰਾਂ ਵਾਈਬ੍ਰੇਸ਼ਨਲ ਸਪੈਕਟਰਾ ਦੀ ਤਾਂ ਇਸ ਦੇ ਵਿੱਚ ਕੀ ਹੈ, ਦੇਖੋ ਵਾਈਬ੍ਰੇਸ਼ਨਲ ਸਪੈਕਟਰਾ ਨੂੰ ਡਿਸਕਸ ਕਰਨ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਦੇਖਾਂਗੇ ਵਾਈਬ੍ਰੇਸ਼ਨਲ ਐਨਰਜੀ ਲੈਵਲਸ ਨੂੰ। ਸੋ ਦੈਟ ਤੋਂ ਇਹ ਜੋ ਟੌਪਿਕਸ ਨੇ ਆਪਸ ਦੇ ਵਿੱਚ ਕੀ ਕਰਦੇ ਨੇ, ਰਿਲੇਟ ਕਰਦੇ ਨੇ। ਵਾਈਬ੍ਰੇਸ਼ਨਲ ਐਨਰਜੀ ਲੈਵਲਸ, ਕਲੀਅਰ। ਤਾਂ ਸਭ ਤੋਂ ਪਹਿਲਾਂ ਦੇਖੋ ਕੰਸੀਡਰ ਕਰ ਲਿਆ ਆਪਣੇ ਕੋਲ ਕੋਈ ਵੀ ਡਾਈ ਅਟੋਮਿਕ ਮੋਲੀਕਿਊਲ ਹੈ। ਡਾਈ ਅਟੋਮਿਕ ਮਤਲਬ ਜਿਹਦੇ ਵਿੱਚ ਕੀ ਹੈ ਦੋ ਐਟਮਸ ਕੀ ਹੋਣ, ਅਟੈਚਡ ਹੋਣ, ਟੂ ਐਟਮਸ ਕੀ ਹੋਣ ਅਟੈਚਡ ਹੋਣ, ਜਿਵੇਂ H2 ਕਹਿ ਲਓ, ਠੀਕ ਹੈ ਜੀ। ਹਾਈਡਰੋਜਨ ਦਾ ਮੋਲੀਕਿਊਲ, ਇਹਦੇ ਵਿੱਚ ਕੀ ਹੈ ਦੋ ਮਾਸਿਸ ਹੈ, ਮਤਲਬ ਦੋ ਆਪਣੇ ਕੋਲ ਹਾਈਡਰੋਜਨ ਹੈ। ਤਾਂ ਸਿਮਿਲਰਲੀ ਆਪਾਂ ਨੇ ਕੋਈ ਵੀ ਡਾਈ ਅਟੋਮਿਕ ਲਿਆ ਜਿਸ ਦੇ ਵਿੱਚ ਕੀ ਹੈ ਟੂ ਐਟਮਸ ਹੈ ਜਿਨ੍ਹਾਂ ਦਾ ਮਾਸ ਕੀ ਹੈ M1 ਹੈ ਐਂਡ M2 ਹੈ, ਮੀਨਸ ਅਲੱਗ ਅਲੱਗ ਮਾਸਿਸ ਹੈ। ਜੋ ਕੋਈ ਵੀ ਡਿਸਟੈਂਸ ਇਹਨਾਂ ਦੇ ਵਿਚਕਾਰ, ਜਿਵੇਂ ਡਿਸਟੈਂਸ ਕੀ ਹੈ R ਨਾਲ ਕੀ ਹੋ ਰਹੇ ਹੈ ਸੈਪਰੇਟ ਹੋ ਰਹੇ ਹੈ। ਜਿਵੇਂ ਮੈਂ ਕੋਈ ਵੀ ਦੋ ਮੋਲੀਕਿਊਲਸ ਲੈ ਲਈ, ਇਹਨਾਂ ਦੇ ਵਿਚਕਾਰ ਡਿਸਟੈਂਸ ਕਿੰਨਾ ਹੈ R। ਫਸਟ ਵਨ ਦਾ ਮਾਸ M1 ਐਂਡ ਸੈਕਿੰਡ ਵਨ ਦਾ ਮਾਸ ਕਿੰਨਾ ਆਪਣੇ ਕੋਲ M2 ਹੈ, ਕਲੀਅਰ, ਠੀਕ ਹੈ ਜੀ। ਐਂਡ ਅਗਰ ਆਪਾਂ ਗੱਲ ਕਰੀਏ ਇਹਨਾਂ ਦਾ ਜੋ ਨਿਊਕਲੀਆਈ ਹੈ ਉਹ ਕੀ ਹੈ, ਮਤਲਬ ਉਹਨਾਂ ਦਾ ਜੋ ਸਪਰੇਸ਼ਨ ਹੈ, ਨਿਊਕਲੀਆਈ ਦਾ ਸਪਰੇਸ਼ਨ ਹੈ ਉਹ ਫਿਕਸਡ ਨਹੀਂ ਹੈ, ਕਲੀਅਰ। ਕਹਿੰਦੇ ਕੰਸੀਡਰ ਕਰ ਲੈਂਦੇ ਆਪਣੇ ਕੋਲ ਕੋਈ ਜੀ ਨਿਊਕਲੀਆਈ ਹੈ ਉਹ ਇਕੁਇਲਿਬਰੀਅਮ 'ਤੇ ਐਂਡ ਉਹਦਾ ਜੋ ਅਗਰ ਆਪਾਂ ਗੱਲ ਕਰੀਏ R0 ਕੀ ਹੈ ਪੋਜੀਸ਼ਨ 'ਤੇ ਹੈ, ਕਲੀਅਰ। ਤਾਂ ਦੇਖੋ ਜਦੋਂ ਵਾਈਬ੍ਰੇਸ਼ਨਸ ਹੋਣਗੀਆਂ ਤਾਂ R ਕਿੱਥੇ, ਜੋ R ਸੀ ਆਪਣੇ ਕੋਲ ਇਹ ਕਿਸ 'ਚ ਚੇਂਜ ਹੋ ਰਿਹਾ R ਮਾਈਨਸ R0 ਦੇ ਵਿੱਚ। R ਕਿੱਥੋਂ ਚੇਂਜ ਹੋ ਰਿਹਾ R2, R ਮਾਈਨਸ R0 ਦੇ ਵਿੱਚ ਕੀ ਹੋ ਰਿਹਾ ਚੇਂਜ ਹੋ ਰਿਹਾ। ਮੀਨਸ ਅਗਰ ਆਪਾਂ ਗੱਲ ਕਰੀਏ ਜੋ ਫੋਰਸ ਹੈ ਇਹਨਾਂ ਦੇ ਵਿਚਕਾਰ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ R ਮਾਈਨਸ R0 ਦੇ, ਕਲੀਅਰ। ਮੀਨਸ ਜੋ ਇਹਨਾਂ ਦਾ ਕੀ ਹੈ R ਆਪਣੇ ਕੋਲ ਐਕਚੁਅਲੀ ਜੋ ਡਿਸਟੈਂਸ ਸੀਗਾ ਦੋ ਐਟਮਸ ਦੇ ਵਿਚਕਾਰ ਐਂਡ R0 ਕੀ ਹੈ ਜੋ ਨਿਊਕਲੀਆਈ ਕੀ ਹੈ ਉਹਨਾਂ ਦਾ ਜੋ ਡਿਸਟੈਂਸ ਹੈ ਉਹ ਕੀ ਹੈ ਮਤਲਬ ਫਿਕਸਡ ਨਹੀਂ ਰਹਿੰਦੀ ਸਪਰੇਸ਼ਨ, ਇਸ ਲਈ ਉਸਨੂੰ R0 ਲਿਆ ਹੋਇਆ, ਕਲੀਅਰ। ਤਾਂ ਟੋਟਲ ਸਪਰੇਸ਼ਨ ਦੀ ਅਗਰ ਆਪਾਂ ਗੱਲ ਕਰੀਏ R ਦੇ ਵਿੱਚੋਂ ਜਦੋਂ ਆਪਾਂ R0 ਮਾਈਨਸ ਕਰ ਦਾਂਗੇ ਤਾਂ ਉਹ ਕੀ ਹੈ ਆਪਣੇ ਕੋਲ ਕੀ ਆ ਜਾਂਦਾ ਰੀਸਟੋਰਿੰਗ ਫੋਰਸ ਤੇ ਕੀ ਹੋ ਜਾਂਦਾ ਡਾਇਰੈਕਟਲੀ ਪ੍ਰਪੋਰਸ਼ਨਲ। ਇਹ ਕੀ ਆਪਣੇ ਕੋਲ ਰੀਸਟੋਰਿੰਗ ਫੋਰਸ। ਹੁਣ ਡਾਇਰੈਕਟਲੀ ਪ੍ਰਪੋਰਸ਼ਨਲ ਹਟਾ ਕੇ ਆਪਾਂ ਕੋਈ ਨਾ ਕੋਈ ਕੌਨਸਟੈਂਟ ਲਗਾਤਾ -K R ਮਾਈਨਸ R0, ਕਲੀਅਰ। K ਕੀ ਹੈ ਆਪਣੇ ਕੋਲ ਜੋ ਸਪਰਿੰਗ ਕੌਨਸਟੈਂਟ ਹੈ K ਹੈ, ਠੀਕ ਹੈ। ਕੰਸੀਡਰ ਕਰ ਲਓ R ਮਾਈਨਸ R0 ਨੂੰ ਆਪਾਂ X ਲੈ ਲੈਂਦੇ ਹਾਂ ਤਾਂ ਫੋਰਸ ਕਿਸ ਦੇ ਇਕੁਅਲ ਆ ਗਈ -K X ਦੀ, ਕਲੀਅਰ। ਕਲੀਅਰ ਹੋਇਆ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਾਂਗੇ ਪੋਟੈਂਸ਼ੀਅਲ ਐਨਰਜੀ ਜੋ ਕੀ ਕਰ ਰਹੀ ਹੈ ਇਸ ਦੇ ਕੋਰਸਪੌਂਡ ਚੱਲ ਰਹੀ ਹੈ। ਦੇਖੋ ਹੁਣ ਇਹ ਡੈਰੀਵੇਸ਼ਨ ਸ਼ੁਰੂ ਹੋ ਗਈ ਜੋ ਤੁਹਾਨੂੰ ਜ਼ਰੂਰਤ ਨਹੀਂ ਹੈ। ਆਪਾਂ ਸਿੱਧਾ ਇਸ ਦੇ ਵਿੱਚ ਜੋ ਆਪਾਂ ਗੱਲ ਕਰੀਏ ਹਾਰਮੋਨਿਕ ਔਸੀਲੇਟਰ ਦੀ ਸ਼੍ਰੋਡਿੰਜਰ ਇਕੁਏਸ਼ਨਸ ਹੈ ਉਸ ਨੂੰ ਡਿਸਕਸ ਕਰਦੇ ਹਾਂ। ਕੀ ਹੁੰਦੀ ਹੈ ਦੇਖੋ -H²
बाय 2 म्यू नेक्स्ट डी स्क्वायर साई बाय डी एक्स स्क्वायर प्लस 1/2 के एक्स स्क्वायर साई इज इक्वल टू ई साई इस दे। ठीक है जी। अगर आप गल करिए ये किस तरह एक्ट कर रहा अपने को सिंपल हारमोनिक ओसीलेटर की तरह एक्ट कर रहा तो उसकी अपने इक्वेशन लिख ली तो जी उसकी एनर्जी की इक्वेशन बनती है वो आप लिख ली। ठीक है जी। इस तरह नाल हुण देखो अगर मैं गल करा इस दे विच जो अपने को म्यू है म्यू किस दे इक्वल हुंदा अपने को म्यू मैं तो लास्ट इक्वेशन करवाया से अपने को रिड्यूस्ड मास नूं आपां किस तरह लिखते हैं म्यू दे विच लिखते हैं M1 M2 दो मासिस अपॉन सम ऑफ टू मासिस इस तरह नाल तो म्यू की वैल्यू इन्नी आ गई। ठीक है जी। तो एनर्जी लैवल्स किन्ने आएंगे अपने हारमोनिक ओसीलेटर के अगर एनर्जी लैवल ये डायरैक्ट लर्न करने हैं किन्ने हो जाएंगे अपने को न्यू प्लस 1/2 एच न्यू नोट दे। क्लीयर होया इस दे। देखो जो अपने को न्यू है ये कि अपने को वाइब्रेशनल क्वांटम नंबर है न्यू की वैल्यू कुछ भी हो सकती है अपने को 0 1 2 अप टू सो ऑन। क्लीयर आई होप तुहानूं ये क्लीयर हो चुके हैं। हुण देखो अगर मैं गल करा अगर ये तो हो गया वाइब्रेशनल क्वांटम नंबर अपने को जो न्यू है वाइब्रेशनल क्वांटम नंबर है। देखो अगर मैं न्यू नोट लैके चलना जो कि है क्लासिकल फ्रीकुएंसी ओसीलेटर दी तो ई नोट किस दे इक्वल आ जो 1/2 एच न्यू नोट दे क्योंकि इस दे विच मैं न्यू नू की करता 0 लैके चलनी है। ठीक है जी। तो यह अपने को जो एनर्जी आई है किस दी आई है अपने को ग्राउंड स्टेट दी आई है किस दी एनर्जी आई है अपने को ग्राउंड स्टेट्स की की आई है एनर्जी आई है। हुण अगर मैं इनू की है अगर आप मोलीक्यूल्स के थ्रू देखना चाहिए तो जो अपने को की है न्यू 0 है। ठीक है तो की बन जाता है अपने को ग्राउंड स्टेट बन जाता है तो ई अपने को किन्नी आई आप हुणे निकालिए 1/2 एच न्यू नॉट आती है। ठीक है जी। अगर मैं E1 की गल करा मीनस अपने को न्यू की वैल्यू 1 है इत्थे E1 है मतलब एनर्जी 1 एनर्जी 0 तो अपने को कितना है 3/2 एच न्यू नॉट ये तुसीं सॉल्व करके देख सकते हो। सिमिलरली अगर मैं गल करा E2 की इज़ इक्वल टू 2 तो न्यू किस दे इक्वल अपने को 2 दे इक्वल है इसका मतलब अपने को कितनी वैल्यू आ गई 5/2 एच न्यू नोट दे 5/2 एच न्यू नोट दे। क्लीयर ये की शो कर रही हैं अपने को वाइब्रेशनस शो कर रहे हैं वाइब्रेशनल एनर्जी लैवल्स शो कर रहे हैं किस दे डाई अटोमिक मॉलिक्यूल दे। देखो ये की होणगे इक्वली स्पेस्ड होणगे की होणगे अपने को इक्वली स्पेस्ड होणगे मतलब बराबर स्पेस होगी इन्हां दे विचकार। ठीक है जी। क्लीयर होया आई होप तुहानूं ये भी क्लीयर हो चुके हैं। नैक्सट अगर आप गल करिए जो वाइब्रेशनल स्पैक्ट्रा जो आपने करना है वो जिस दे लिए आप ये सब किया देखो वो करते हैं हुण आप वाइब्रेशनल स्पैक्ट्रा VS लिख दिनी मैं। देखो ये किस दी वजह नाल हुंदा जो वाइब्रेशनल स्पैक्ट्रा हुंदा ये मेनली अगर आप गल करिए ये क्यों हुंदा जदों की है ट्रांजिशन हुंदी है ड्यू टू ट्रांजिशनस ड्यू टू transition between vibration energy state between vibration energy states ਇਹ ट्रांजिशनस ਹੁੰਦੀਆਂ ਨੇ ਕਿਸ ਦੇ ਵਿਚਕਾਰ ਵਾਈਬ੍ਰੇਸ਼ਨ એનર્ਜੀ ਸਟੇਟਸ ਦੇ ਵਿਚਕਾਰ ਹੁੰਦੀਆਂ ਨੇ ਤਾਂ ਹੀ ਆਪਣੇ ਕੋਲ ਸਪੈਕਟਰਾ ਬਣਦਾ ਇਹ। ਹੋਰ ਅਗਰ ਆਪਾਂ ਗੱਲ ਕਰੀਏ ਸੈਕਿੰਡ ਪੁਆਇੰਟ ਇਹ ਕਦੋਂ ਐਗਜ਼ਿਬਿਟ ਕਰਦਾ ਓਨਲੀ ਡਾਈ ਅਟੋਮਿਕ ਮੋਲੀਕਿਊਲ ਦੇ ਲਈ सिर्फ तो सिर्फ डाई अटोमिक जो मोलीक्यूल होंगे जिमें अपने को हाइड्रोजन है डाई अटोमिक मोलीक्यूल के लिए ठीक है एग्जिबिट करता है जिहदे विच की है परमानेंट डाइपोल मूवमेंट होंदा म्यू। ठीक है जी। इक्विलिब्रियम होंदा बनिया होंदा मेनटेन होंदा। क्लीयर तो उस दे विच देखो हुण अगर आप गल करिए इस दे कुछ रूल्स की गल करते हैं। देखो हुण अगर आप गल करिए कोई भी अगर मोलीक्यूल है ਉਹ ਕੀ ਹੋ ਜਾਂਦਾ ਐਕਸਾਈਟ ਹੋ ਜਾਂਦਾ मतलब ਉਹਦੇ ਕੋਲ ਇੰਨੀ એનર્ਜੀ ਹੈ ਕਿ ਉਹ ਕੀ ਹੋ ਜਾਂਦਾ ਐਕਸਾਈਟ ਹੋ ਜਾਂਦਾ ਤਾਂ ਉਹ ਕੀ ਕਰੂਗਾ ਵਾਈਬ੍ਰੇਟ ਵੀ ਕਰ ਸਕਦਾ ਨਾਲ ਨਾਲ ਕੀ ਕਰ ਸਕਦਾ ਰੋਟੇਟ ਵੀ ਕਰ ਸਕਦਾ
ਵਾਈਬ੍ਰੇਟ ਐਂਡ ਰੋਟੇਟ ਦੋਨੇ ਕਰੂਗਾ। ਤਾਂ એનર્ਜੀ ਆਫ ਦਾ ਮੋਲੀਕਿਊਲ ਆਪਣੇ ਕੋਲ ਕੀ ਹੋਊਗੀ, ਸਮ ਹੋਊਗੀ ਕਿਸ ਦੀ, ਵਾਈਬ੍ਰੇਸ਼ਨਲ એનર્ਜੀ ਦਾ EV ਪਲਸ E ਰੋਟੇਸ਼ਨਲ એનર્ਜੀ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ J ਦੇ ਨਾਲ। ਤਾਂ ਇਹ ਕੀ ਆ ਗਿਆ ਆਪਣੇ ਕੋਲ ਟੋਟਲ એનર્ਜੀ E ਇਜ਼ ਇਕੁਅਲ ਟੂ EV ਪਲਸ EJ। ਹੁਣ ਦੇਖੋ ਆਪਣੇ ਕੋਲ ਇਹਨਾਂ ਦੀਆਂ ਵੈਲਿਊਜ਼ ਨੇ, ਰੋਟੇਸ਼ਨਲ ਦੀ ਵੀ ਮੈਂ ਤੁਹਾਨੂੰ ਵੈਲਿਊ ਨਿਕਲਵਾਈ ਸੀ ਲਾਸਟ ਲੈਕਚਰ ਦੇ ਵਿੱਚ, ਤੇ ਵਾਈਬ੍ਰੇਸ਼ਨਲ ਦੀ ਆਪਾਂ ਹੁਣੇ ਨਿਕਾਲੀ ਹੈ। ਇਸ ਦੀ ਜਦੋਂ ਆਪਾਂ ਵੈਲਿਊ ਪੁੱਟ ਕਰਾਂਗੇ ਤਾਂ ਆਪਣੇ ਕੋਲ ਟੋਟਲ E ਕਿਸ ਦੇ ਇਕੁਅਲ ਆ ਜੂ, ਨਿਊ ਪਲਸ 1/2 H ਨਿਊ ਨੋਟ प्लस नाल की आ जाऊगा J प्लस 1 डिवाइड बाय 2I H कट स्केयर। इत्थे जो अपने कोल I है वो किस दे इक्वल है, म्यू R स्केयर दे इक्वल है, ध्यान दे विच रखना है। ठीक है जी, देखो हुण इत्थे अपने कोल जो आ न्यू दी वैल्यू है वो 0 1 2 कुछ भी हो सकती है अप टू सो ऑन, क्लीयर। तो जो J की वैल्यू है वो भी कुछ भी हो सकती है, 0 1 2 अप टू सो ऑन, कोई भी हो सकती है। तो टोटल एनर्जी मेनली किस ते डिपेंड कर रहा है, एक न्यू ते डिपेंड कर रहा है एंड सैकेंड वन J ते डिपेंड कर रहा है। दो चीज़ों ते की कर रहा है, डिपेंड कर रहा है। ठीक है जी, क्लीयर होया। तो इस दे विच अगर मैं गल करा इन्हां दा जो बॉन्ड कोरस्पोंड्स है, मीनस जो न्यू है, डेल्टा न्यू है, मतलब जो इन्हां च चेंज आ रहा है मेनली अगर आप गल करिए एज अ सिलैक्शन रूल वो किस दे विचकार होगा, +-1 दे विचकार। क्लीयर होया, मतलब जो इनीशियल ते फाइनल वैल्यू है न्यू दी वो किहदे नाल वेरी करती है, जदों आप +-1 दे नाल डेल्टा J दा सिलैक्शन रूल लिखिए तो वो कितना आ जाता है अपने कोल, +-1 आ जाता है। ठीक है जी, मीनस कितना बन गया, अगर अपने कोल गल करिए की आ जाऊगा अपने कोल जदों इहनूं सॉल्व करांगे। देखो जदों हुण वाइब्रेशनल स्पैक्ट्रा आपां डाईएटॉमिक की गल कर रहे हैं, किस दी गल कर रहे हैं आपां, डाईएटॉमिक की गल कर रहे हैं, कोई भी हो सकता है, हाइड्रोजन हो सकता है, ऑक्सीजन हो सकता है, मैं तुहानूं दस्सिया सीगा। तो इहदे विच कोई भी की है इलैक्ट्रिकल डायपोल मूवमेंट नहीं होगी, किस दे विच, जो होमो न्यूक्लीयर होणगे। होमो का मतलब की हुंदा अपने कोल सेम, जो सेम न्यूक्लियाई होणगे, मतलब सेम होणगे, जिवें H2 2 हाइड्रोजन तो बने हैं, तो ऑक्सीजन, ये सेम ने। ठीक है, तो इन्हां दे विच कोई भी इलैक्ट्रिकल डायपोल मूवमेंट नहीं होगा, नो इलैक्ट्रिकल डायपोल मूवमेंट, कोई भी इलैक्ट्रिकल डायपोल मूवमेंट नहीं होगा। ठीक है, इन्हां दी न्यूक्लियर सपरेशन दे विच, तो इन्हां दे विचकार की है, कोई भी वाइब्रेशनल स्पैक्ट्रा नहीं होगा, नो वाइब्रेशनल स्पैक्ट्रा इन किहदे विच, जो होमो न्यूक्लियर ने इन्हां दे विच नहीं होगा। ठीक है, तो जो सिलैक्शन रूल है फॉर ट्रांजिशन करन दे लई वाइब्रेशनल लैवल्स दे विच वो कितना हुंदा अपने को, डेल्टा न्यू +-1 हुंदा। क्लीयर, अगर ट्रांजिशन अक्कर हुंदी है, अगर जो अपनी ट्रांजिशन है वो अक्कर होंदी है एनर्जी लैवल विद क्वांटम नंबर न्यू टू एन एनर्जी लैवल विद क्वांटम नंबर न्यू -1 इस दे विच होंदी है, तो उसनों आपां की लिख सकते हैं, H न्यू किस दे इक्वल होंदी है अपने कोल, E न्यू -E न्यू -1 दे, इस तरह नाल एनर्जी। हुण देखो ये मैं वैल्यू पुट कर सकती हाँ, H न्यू एवं रख दो, E न्यू की वैल्यू कितनी सी, न्यू +1/2 H न्यू नोट माइनस, अगर मैं गल करा, अगर मैं E -V-1 की वैल्यू पुट करा कितनी आ जाऊ, न्यू -1 +1/2 नाल की आ जाऊगा अपने को H न्यू नोट, इत्थे तुसी लिख सकते हो। ठीक है जी, यह आ जाऊगी अपने को वैल्यू आ जाऊगी। हुण इसनों सॉल्व कर लो, जिवें ही आप इसनों की करांगे, सॉल्व करांगे, चाहो तो करके देख सकते हो, अपने कोल जो H न्यू चल रहा है वो किस दे इक्वल हो जो H न्यू नोट दे, क्योंकि ये विच की हो जाऊगा, कैंसल हो जाऊगा, आह न्यू नाल वेट आ न्यू नाल आ न्यू कैंसल हो जाऊगा। ठीक है, अगर मैं 1/2 की गल करा, ये भी आपस दे विच की हो जाएंगे, कैंसल हो जाएंगे, सिर्फ आ बच गया। ठीक है जी, तो ये दोनों आपस दे विच की आ जाएंगे, इक्वल आ जाएंगे। हुण देखो आ माइनस है तो ये अंदर जाके की हो जाऊगा प्लस, अंदर जाके प्लस हो गया तो ये कैंसल हो जाएंगे, तो ये मतलब ये दोनों इक्वल हो जाएंगे क्योंकि अंदर यदि भी मल्टीप्लाई होएगी। ठीक है जी, हुण इसका मतलब H नाल H कैंसल भी हो गया, मतलब न्यू किस दे इक्वल आ गया, न्यू नोट दे आ गया, मतलब की होया ये इस दे विच की है, ये इक्वल हो गया क्लासिकल फ्रीकुएंसी,
मीनस न्यू इज़ इक्वल टू न्यू नोट, ਇਹਦਾ मतलब की हो गया जो क्लासिकल फ्रीकुएंसी ਦੇ इक्वल हो गया ਉਹ ਇਰਰਿਸਪੈਕਟਿਵ ਆਫ ਕਿਹਦੇ ਹੋਇਆ जो वाइब्रेशनल क्वांटम नंबर है। आह अपने कोल वाइब्रेशनल क्वांटम नंबर सीगा उसदे की हो गया इक्वल हो गया। हुण इन्हां दी वैल्यू आपां नूं पता कितनी हुंदी 1/2 अंडर रूट के बाय न्यू। ठीक है जी, इससे की होंदी है इक्वल होंदी है। क्लीयर। तो हुण देखो जो अपने कोल फ्रीकुएंसी आऊगी स्पैक्ट्रल लाइनस दी इन वाइब्रेशनल एमिशन स्पैक्ट्रा दे वो कितनी होगी न्यू इज़ इक्वल टू न्यू नोट जे एच कट द स्केयर आई एच दी इसदे की हो जूगी इक्वल हो जूगी। ठीक है, हुण आपां एच कट दी वैल्यू कितनी होंदी है h/2 वो भी की कर सकते हैं पुट कर सकते न्यू नोट किस दे बराबर आ गया जे h/2। ठीक है, ਇਹਦਾ ਸਕੇਅਰ ਹੈ ਤੇ ਕੀ ਬਣ ਜੂਗਾ ਆਪਣੇ ਕੋਲ h4 ਦਾ ਸਕੇਅਰ ਨਾਲ ਕੀ ਆ ਜੂਗਾ ਆਪਣੇ ਕੋਲ i ਆ ਜੂਗਾ। क्लीयर होया क्योंकि h का स्केयर एक h इस नाल की हो जूगा कैंसल हो जूगा। यह अपने कोल की आ गई फ्रीकुएंसी आ गई न्यू फ्रीकुएंसी आ गई किस दी आ गई अपने कोल जो स्पैक्ट्रल लाइनस ने इन वाइब्रेशनल एमिशन स्पैक्ट्रा दी। यह तुसी की करना है ध्यान दे विच रखना है इंपॉर्टेंट है अकॉर्डिंग टू सिलेबस के अकॉर्डिंग। ठीक है जी, नैक्सट आपां गल करांगे रमन इफैक्ट दी। आई होप अज तुहाडा मैं कंप्लीट कर ही दूँगी ये वाली यूनिट। नैक्सट आपां गल करांगे रमन इफैक्ट दी। देखो हुण रमन इफैक्ट दी अगर मैं गल करां इस दे लई तुहानूं की है मतलब अगर आपां गल करिए रमन इफैक्ट दी ये जदों आपां BSc करदे आ ना उदों भी इंपॉर्टेंट हुंदा क्लास के अकॉर्डिंग एग्जामिनेशन के अकॉर्डिंग अगर मैं गल करां। ठीक है जी, तो देखो ये 1928 दे विच CV रमन सुनिया होना इंडियन साइंटिस्ट है CV रमन जी ने डिस्कवर किया सी। की स्टडी करते हुए जदों उन्होंने की स्टडी कर रहे थे स्कैटरिंग ऑफ लाइट की स्टडी कर रहे थे स्कैटरिंग ऑफ लाइट लाइट नू स्कैटर करवा रहे थे उन्होंने किदे विचों बाय लिक्विड्स ਦੇ ਵਿੱਚੋਂ ਕੀ ਹੈ ਲਾਈਟ ਦੀ ਕੀ ਹੋ ਰਹੀ ਸੀ ਸਕੈਟਰਿੰਗ ਹੋ ਰਹੀ ਸੀ। ਉਹਨਾਂ ਨੇ ਕੀ ਦੇਖਿਆ ਜਦੋਂ ਕਹਿੰਦੇ ਮੋਨੋਕ੍ਰੋਮੈਟਿਕ ਲਾਈਟ ਕਹਿੰਦੇ ਇਹ ਜਦੋਂ ਪਾਸ ਕਰਦੀ ਹੈ ਕੋਈ ਵੀ ਆਰਗੈਨਿਕ ਲਿਕੁਇਡ ਦੇ ਵਿੱਚੋਂ ऑर्गैनिक लिक्विड आप ऑर्गैनिक ਦੇ ਵਿੱਚ ਕਰਦੇ ਨਾ ਜਿਵੇਂ ਬੈਂਜ਼ੀਨ ਲੈ ਲਿਆ ਟੋਲੀਨ ਲੈ ਲਿਆ ਕਹਿੰਦੇ ਜਦੋਂ ਵੀ ऑर्गैनिक लिक्विड ਦੇ ਵਿੱਚੋਂ ਬੈਂजीन एंड टोलीन ਦੇ ਵਿੱਚੋਂ मोनोक्रोमैटिक लाइट की होंदी है पास होंदी है तो वो लाइट की कर जाती है स्कैटर कर जाती है। स्कैटरिंग का मतलब की होंदा जिवें फैल जाती है स्कैटर कर जाती है तो अलग अलग फ्रीकुएंसीज़ दे विच। ठीक है, इन एडिशन जो इंसीडेंट लाइट दे जो लाइट की करूगी इंसीडेंट करूगी वो जो स्कैटरिंग होंदी है ना जो स्कैटरिंग होंदी है इसनों आपां की कह दिंदे आ रमन इफैक्ट कह दिंदे आ। तो अगर मैं इसकी डेफिनेशन लिखना चाहवां तो रमन इफैक्ट सिंपली अगर मैं गल करा की होंदी है स्कैटरिंग ऑफ लाइट फ्रॉम मॉलिक्यूल्स दे विचों जदों की होंदी है लाइट दी की हो जाती है स्कैटरिंग हो जाती है विद द चेंज इन फ्रीकुएंसी जिमें ही फ्रीकुएंसी की हो जाती है चेंज विद चेंज इन फ्रीकुएंसी जिमें की हो जाती है फ्रीकुएंसी चेंज हो जाती है तो उसनों आपां की कह दिंदे आ रमन इफैक्ट। स्कैटर हो जाना लाइट दा कि मॉलिक्यूल्स तो जदों की हो जाती है फ्रीकुएंसी चेंज हो जाती है तो उसनों आपां की कह दिंदे आ रमन इफैक्ट कह दिंदे आ। क्लीयर होया रमन इफैक्ट। आई होप तुहानूं मतलब डेफिनेशन उहदे विच है कि ये चीज़ आई होप तुहानूं क्लीयर हो चुकी है। एक एक करके पढ़ांगे इहनूं। ठीक है, मतलब ये अगे की है ये जिस नाल तुहानूं टॉपिक क्लीयर हो जाऊगा। ठीक है जी, देखो हुण अगे की है इन्होंने की ऑब्जर्व किया कुछ इन्होंने लाइनस बारे ऑब्जर्व किया सीगा उसनों देखते हैं। इन्होंने ऑब्जर्व किया कि अगर तो जो स्कैटरिंग हुई लाइट दी जो लाइट दी की हुई है स्कैटरिंग हुई है जो लाइट दी जो पास कर रही है ओदी जो ऑफ कंटेन सेम फ्रीकुएंसी है जो स्कैटरिंग लाइट है इसकी की है सेम फ्रीकुएंसी है किस दे नाल जो की कर रही है इंसीडेंट लाइट दे स्कैटर लाइट ते इंसीडेंट लाइट दी अगर फ्रीकुएंसी की है सेम है
ਇੱਕੋ ਜਿਹੀ ਕੀ ਹੈ, ਬਰਾਬਰ ਹੈ। ਠੀਕ ਹੈ, ਤਾਂ ਆਪਾਂ ਕੀ ਕਹਿ ਦਿੰਦੇ ਹਾਂ, ਉਹਦੇ ਵਿੱਚ ਕੀ ਹੈ, ਦੋਨਾਂ ਦੇ ਸਾਈਡ ਤੇ ਕੀ ਹੈ, ਵੀਕ ਲਾਈਨਸ ਨੇ। ਠੀਕ ਹੈ, ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਰਮਨ ਲਾਈਨਸ। ਕੀ ਕਹਿ ਦਿੰਦੇ ਹਾਂ, ਰਮਨ ਲਾਈਨਸ। ਠੀਕ ਹੈ, ਇਹ ਤਾਂ ਸੀ ਜੋ ਉਹਨਾਂ ਦਾ ਫਸਟ ਆਪਣੇ ਕੋਲ ਓਬਜ਼ਰਵੇਸ਼ਨ ਆਈ ਸੀ। ਸੈਕਿੰਡ ਓਬਜ਼ਰਵੇਸ਼ਨ ਕੀ ਸੀ ਉਹਨਾਂ ਕੋਲ, ਕਿ ਅਗਰ ਜੋ ਲਾਈਨਸ ਦੀ ਫ੍ਰੀਕੁਐਂਸੀ ਹੈ ਉਹ ਕੀ ਹੋ ਜਾਂਦੀ ਹੈ, ਲੋ ਹੋ ਜਾਂਦੀ ਹੈ। ਕੀ ਹੋ ਜਾਂਦੀ ਹੈ, ਲੋ, ਘਟ ਜਾਂਦੀ ਹੈ। ਅਗਰ ਆਪਾਂ ਗੱਲ ਕਰੀਏ, ਮੀਨਸ ਦੇਖੋ, ਅਗਰ ਜੋ ਲਾਈਨਸ ਹੈ ਉਹਨਾਂ ਦੀ ਲੋ ਫ੍ਰੀਕੁਐਂਸੀ ਸਾਈਡ ਹੈ, ਲੋ ਫ੍ਰੀਕੁਐਂਸੀ ਸਾਈਡ ਹੈ, ਤਾਂ ਉਸਨੂੰ ਆਪਾਂ ਕੀ ਕਵਾਂਗੇ, ਸਟੋਕਸ ਲਾਈਨ। ਕੀ ਕਵਾਂਗੇ, ਸਟੋਕਸ ਲਾਈਨ ਕਵਾਂਗੇ। ਕਲੀਅਰ। ਤੇ ਹੁਣ ਥਰਡ ਪੁਆਇੰਟ ਆਪਣੇ ਕੋਲ ਆਟੋਮੈਟਿਕਲੀ ਕਲੀਅਰ ਹੈ ਕਿ ਜੋ ਹਾਈ ਫ੍ਰੀਕੁਐਂਸੀ ਸਾਈਡ ਹੋਣਗੀਆਂ, ਮੀਨਸ ज़्यादा ਫ੍ਰੀਕੁਐਂਸੀ ਸਾਈਡ ਹੋਣਗੀਆਂ, ਉਹ ਕਿਸ ਦੇ ਵਿੱਚ ਆ ਜਾਊਗਾ ਆਪਣੇ ਕੋਲ, ਐਂਟੀ ਸਟੋਕ ਲਾਈਨਸ। ਐਂਟੀ ਸਟੋਕ ਲਾਈਨਸ। ਜਾਂ ਇਸ ਨੂੰ ਹੋਰ ਕਿਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ, ਦੇਖੋ ਅਗਰ ਆਪਾਂ ਗੱਲ ਕਰੀਏ ਕਿ ਆਪਣੇ ਕੋਲ ਕੀ ਹੈ, ਡਿਫਰੈਂਸ ਹੈ ਇੰਸੀਡੈਂਟ ਐਂਡ ਸਕੈਟਰਿੰਗ ਲਾਈਟ, ਉਸ ਨੂੰ ਮੈਂ ਡੈਲਟਾ ਨਿਊ ਨਾਲ ਲਿਖ ਸਕਦੀ ਹਾਂ। ਇੰਸੀਡੈਂਟ ਲਾਈਟ ਤੇ ਸਕੈਟਰਿੰਗ ਲਾਈਟ ਦੇ ਵਿੱਚ ਕੀ ਹੈ, ਡਿਫਰੈਂਸ ਹੈ। ਉਹ ਕੀ ਹੈ, ਆਪਣੇ ਕੋਲ ਕੀ ਹੈ, ਰਮਨ ਇਫੈਕਟ ਦਾ ਡਿਟਰਮਾਈਨ ਕਰਦਾ। ਇਹੀ ਕਰਦੇ ਨਾ ਆਪਾਂ, ਇੰਸੀਡੈਂਟ ਲਾਈਟ ਦੇਖਣੀ ਹੈ, ਸਕੈਟਰਿੰਗ ਲਾਈਟ ਦੇਖਣੀ ਹੈ, ਉਹਨਾਂ ਦੇ ਵਿੱਚ ਕੀ ਹੈ, ਕੀ ਫ੍ਰੀਕੁਐਂਸੀ ਚੇਂਜ ਹੈ ਉਹ ਦੇਖਣਾ। ਠੀਕ ਹੈ, ਤਾਂ ਜੋ ਆਪਣੇ ਕੋਲ ਆ ਨਿਊ ਨੋਟ ਮੈਂ ਲਿਖਿਆ, ਇਹ ਆਪਣੇ ਕੋਲ ਕੀ ਹੈ, ਫ੍ਰੀਕੁਐਂਸੀ ਹੈ ਕਿਸ ਦੀ, ਜੋ ਇੰਸੀਡੈਂਟ ਰੇਡੀਏਸ਼ਨਸ ਹੈ, ਜੋ ਲਾਈਟ ਕੀ ਆਪਾਂ ਟਕਰਾਈ ਹੈ, ਇੰਸੀਡੈਂਟ ਰੇਡੀਏਸ਼ਨਸ ਹੈ। ਜੋ ਨਿਊ ਡੈਸ਼ ਹੈ ਆਪਣੇ ਕੋਲ, ਉਹ ਆਪਣੇ ਕੋਲ ਕੀ ਹੈ, ਸਕੈਟਰ ਰੇਡੀਏਸ਼ਨਸ, ਜੋ ਕੀ ਹੈ, ਲਾਈਟ ਕੀ ਹੋਈ ਹੈ, ਸਕੈਟਰ ਹੋਈ ਹੈ ਜਦੋਂ ਮੋਨੋਕ੍ਰੋਮੈਟਿਕ ਲਾਈਟ ਕੀ ਹੋਈ ਹੈ, ਪਾਸ ਹੋਈ ਹੈ। ਠੀਕ ਹੈ, ਇੰਨੀ ਚੀਜ਼ ਕਲੀਅਰ ਹੋਈ। ਤਾਂ ਡੈਲਟਾ ਨਿਊ ਆਪਣੇ ਕੋਲ ਕੀ ਹੈ, ਰਮਨ ਸ਼ਿਫਟ, ਜੋ ਚੇਂਜ ਆ ਰਿਹਾ ਇਹਨਾਂ ਦੇ ਵਿਚਕਾਰ, ਰਮਨ ਸ਼ਿਫਟ ਕਹਿ ਸਕਦੇ ਹੋ। ਠੀਕ ਹੈ ਜੀ, ਹੁਣ ਦੇਖੋ ਇਸ ਦੇ ਵਿੱਚ ਕੀ ਹੈ, ਅਲੱਗ-ਅਲੱਗ ਓਬਜ਼ਰਵੇਸ਼ਨ ਆਈ ਹੈ, ਮੈਂ ਤੁਹਾਨੂੰ ਪੁਆਇੰਟਸ ਦੇ ਥਰੂ ਤਾਂ ਕਰਵਾਤਾ, ਬਟ ਅਗਰ ਆਪਾਂ ਅਗਰ ਆਪਾਂ ਗੱਲ ਕਰੀਏ ਸਾइंस लैके चलिए। ठीक है, तो देखो अगर तो अपने को डेल्टा न्यू की आ जाता है, पॉजिटिव आ जाता है, मतलब जो अपने को क्या स्कैटरिंग लाइट है न्यू डैश, वो लैस है न्यू नोट। तो न्यू नोट की सी अपने को इंसीडेंट रेडिएशन सी, तो आपां की कहांगे रमन स्पैक्ट्रा दे विच इसनूं की किया जाता है, स्टॉक लाइन्स। की किया जाता है, स्टॉक लाइन्स किया जाता है। क्लीयर होया। अगर अपने को रमन शिफ्ट डेल्टा न्यू की या नेगेटिव है, मीन्स जो अपने को स्कैटर रेडिएशन न्यू डैश है वो की है, ग्रेटर है न्यू नोट नालों, तो रमन स्पैक्ट्रा दे विच इसनों की किया जाता है, एंटी स्टॉक लाइन्स। की किया जाता है, एंटी स्टॉक लाइन्स किया जाता है। क्लीयर। तो स्टॉक लाइन्स की अगर मैं गल करा, जो अपने आ किते यह की अपने को स्टॉक लाइन्स मीनस न्यू डैश लैस दैन है न्यू नोट तो, एंड न्यू डैश ग्रेटर दैन है तो न्यू नोट तो एंटी स्टॉक लाइन्स। देखो जो स्टॉक लाइन्स होंदी हैं, स्टॉक लाइन्स होंदी हैं, इन्हां दी जो इंटेंसिटी होंदी है ज़्यादा होंदी है किस नालों, एंटी स्टॉक लाइन्स नालों। एंटी स्टॉक्स लाइन नालों इंटेंसिटी की हो जाती है, ज़्यादा हो जाती है। ठीक है, वैसे इनू आप एक्सपैरीमेंटली भी स्टडी कर सकते हैं, बट एग्जाम पॉइंट ऑफ व्यू नाल आपां नूं उसकी कोई ज़रूरत नहीं है। ठीक है जी, बट एक बार अगर मैं तुहानूं फिर रिपीट कर दिंदी हां कि मोनोक्रोमैटिक लाइट आपां ने किस दे विचों, ऑर्गैनिक लिक्विड दे विचों की करवाई है, पास करवाई है। ऑर्गैनिक लिक्विड कोई भी हो सकता है, बेंजीन, टॉलीन, कोई भी। ठीक है, जो इस दे विचों पास करवाई आपां तां अपने कोल की है, लाइट की होगी, स्कैटर होगी, स्कैटरिंग की होगी, कुछ मतलब डिफरेंट ऑब्जरवेशनस ते हुई। एक टाइम की सी इक्वल सी इंसीडेंट लाइट दे। ठीक है जी, एक बार की सी ज़्यादा सी एंड एक बार की सी घट सी। 3 ऑब्जरवेशन की किया गया सी, ऑब्जर्व किया गया सी, जो रमन इफैक्ट सी मीनस रमन एक्सपैरीमेंट तो ऑब्जर्व किया गया सी ये चीज़ा। ठीक है जी, आई होप तुहानूं रमन इफैक्ट इन्ना क क्लीयर हो चुका जिन्ना आपां कर चुके हैं। नैक्सट अगर आपां गल करिए, देखो नैक्सट देखो, नैक्सट आप गल करते हैं फ्रैंक कॉर्डन प्रिंसीपल। अज तुहाडा कंप्लीट ही करवा देंगे आप ये यूनिट, फ्रैंक कॉर्डन प्रिंसीपल। देखो इस दे विच की सीगा, यह मेनली किस दे लई है, जो एक्साइटेशन हुंदी है किस दे विच, इलैक्ट्रॉन्स दे विच।
ਇਲੈਕਟ੍ਰੋਨਸ ਦੀ ਐਕਸਾਈਟੇਸ਼ਨ ਦੀ ਗੱਲ ਕਰਦੇ ਆ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਇਸ ਦੀ ਡੈਫੀਨੇਸ਼ਨ ਕੀ ਹੈ, ਇਹ ਕਹਿਣਾ ਕੀ ਚਾਹੁੰਦੇ ਸੀ, ਇਸ ਦੇ ਵਿੱਚ ਹੈ ਕੀ। ਦੇਖੋ ਕਹਿੰਦੇ ਜਦੋਂ ਇਲੈਕਟ੍ਰੋਨਿਕ ਸਪੈਕਟਰਮ, ਜੋ ਆਪਣੇ ਕੋਲ ਇਲੈਕਟ੍ਰੋਨਿਕ ਸਪੈਕਟਰਾ ਹੈ, ਕਹਿੰਦੇ ਇਹ ਅਪੀਅਰਸ ਹੁੰਦਾ ਇਨ ਵਿਜ਼ੀਬਲ ਔਰ ਯੂਵੀ ਰੀਜ਼ਨ। ਇਲੈਕਟ੍ਰੋਨਿਕ ਸਪੈਕਟਰਾ ਅਪੀਅਰਸ ਹੁੰਦਾ ਵਿਜ਼ੀਬਲ ਐਂਡ ਯੂਵੀ ਰੀਜ਼ਨ ਦੇ ਵਿੱਚ, ਜਿਹਦੇ ਵਿੱਚ ਕੀ ਹੈ ਇੱਕ ਚੇਂਜ ਆਉਂਦਾ 3, ਜੋ ਕੀ ਇਨਵੋਲਵ ਕਰਦਾ ਚੇਂਜ in 3 electronics, vibrational and rotational energies ਦੇ ਵਿੱਚ। ਮੇਨਲੀ ਇਹ ਐਗਜ਼ਿਬਿਟ ਕਰਦਾ ਕਿਸ ਦੇ ਵਿੱਚ, ਡਾਇਆਟੋਮਿਕਲੀ। ਓਨਲੀ ਜੋ ਡਾਇਆਟੋਮਿਕ ਮੋਲੀਕਿਊਲਸ ਹੈ ਉਹਨਾਂ ਦੇ ਲਈ ਕੀ ਕਰਦਾ, ਐਗਜ਼ਿਬਿਟ ਕਰਦਾ। ਠੀਕ ਹੈ ਜੀ। ਇਹ ਮੇਨਲੀ ਅਗਰ ਆਪਾਂ ਗੱਲ ਕਰੀਏ ਇੰਟੈਂਸਿਟੀ ਦੀ ਗੱਲ ਕਰਦੇ, ਇੰਟੈਂਸਿਟੀ ਆਫ ਡਿਸਟਰੀਬਿਊਸ਼ਨ ਦੀ ਗੱਲ ਕਰਦੇ ਕਿ ਕਿਸ ਤਰ੍ਹਾਂ ਨਾਲ ਡਿਸਟਰੀਬਿਊਟ ਕੀਤਾ ਜਾਊਗਾ, ਉਸ ਦੀ ਇੰਟੈਂਸਿਟੀ ਬਾਰੇ ਕੀ ਕਰਦੇ ਆਪਣੇ ਕੋਲ ਗੱਲ ਕਰਦੇ। ਠੀਕ ਹੈ ਜੀ, ਕਲੀਅਰ ਹੋਇਆ। ਦੇਖੋ ਵੈਸੇ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਕੀ ਦੱਸਦਾ ਸੀ, ਪ੍ਰੋਬੇਬਿਲਿਟੀ ਦੱਸਦਾ ਸੀ। ਪ੍ਰੋਬੇਬਿਲਿਟੀ ਆਫ ਟ੍ਰਾਂਜੀਸ਼ਨ ਦੀ ਗੱਲ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਨਾਲ ਕੀ ਹੋਊਗੀ, ਟ੍ਰਾਂਜੀਸ਼ਨਸ ਹੋਣਗੀਆਂ ਦੋ ਵਾਈਬ੍ਰੇਸ਼ਨਲ ਲੈਵਲਸ ਦੇ ਵਿੱਚ, ਜੋ ਕਿ ਨੇ ਇਲੈਕਟ੍ਰੋਨਿਕ ਸਟੇਟ ਦੇ ਵਿੱਚ ਨੇ। ਆਪਾਂ ਡਿਟਰਮਾਈਨ ਕਰ ਲੈਂਦੇ ਮੀਨਸ A ਐਂਡ B ਦੋ ਇਲੈਕਟ੍ਰੋਨਿਕ ਸਟੇਟਸ ਨੇ, ਜਿਨ੍ਹਾਂ ਦੇ ਵਿੱਚ ਕੀ ਦੇਖਣਾ ਆਪਾਂ ਨੇ, ਕੀ ਦੇਖਣੀ ਹੈ ਟ੍ਰਾਂਜੀਸ਼ਨਸ ਕਿਵੇਂ ਹੋਣਗੀਆਂ ਵਾਈਬ੍ਰੇਸ਼ਨਲ ਲੈਵਲਸ ਦੀਆਂ। ਉਸ ਨੂੰ ਫਰੈਂਕ-ਕੋਰਡਨ ਪ੍ਰਿੰਸੀਪਲ ਕਿਹਾ ਜਾਂਦਾ। ਕਲੀਅਰ ਹੋਇਆ। ਠੀਕ ਹੈ ਜੀ। ਦੇਖੋ ਜੋ ਇਲੈਕਟ੍ਰੋਨਿਕ ਸਪੈਕਟਰਾ ਹੈ ਇਹ ਕੀ ਹੈ, ਕੰਪਲੈਕਸ ਹੈ। ਜੋ ਇਲੈਕਟ੍ਰੋਨਿਕ ਸਪੈਕਟਰਾ ਹੈ ਆਪਣੇ ਕੋਲ, ਇਹ ਆਪਣੇ ਕੋਲ ਕੀ ਹੈ, ਕੰਪਲੈਕਸ ਹੈ। ਕਦੋਂ ਤੱਕ, ਜਿੰਨੇ ਤੱਕ ਕੀ ਹੈ ਆਪਾਂ ਟ੍ਰਾਂਜੀਸ਼ਨਸ ਨਹੀਂ ਕਰਵਾ ਦਿੰਦੇ, ਜਿੰਨੇ ਤੱਕ ਕੀ ਹੈ ਟ੍ਰਾਂਜੀਸ਼ਨਸ ਨਹੀਂ ਹੋ ਜਾਂਦੀਆਂ ਮਲਟੀਪਲ ਵਾਈਬ੍ਰੇਸ਼ਨ ਤੇ ਰੋਟੇਸ਼ਨਲ ਲੈਵਲ ਦੇ ਵਿੱਚ। ਫਰੋਮ ਵਾਈਬ੍ਰੇਸ਼ਨਲ ਟੂ ਰੋਟੇਸ਼ਨਲ ਲੈਵਲ ਜਿੰਨੇ ਤੱਕ ਟ੍ਰਾਂਜੀਸ਼ਨ ਨਹੀਂ ਹੋ ਜਾਂਦੀਆਂ, ਇਲੈਕਟ੍ਰੋਨਿਕ ਸਪੈਕਟਰਾ ਆਪਣੇ ਕੋਲ ਕੀ ਹੈ, ਕੰਪਲੈਕਸ ਹੈ। ਠੀਕ ਹੈ। ਇਸ ਦੇ ਵਿੱਚ ਦੇਖੋ ਮੇਨਲੀ ਕੀ ਗੱਲ ਕੀਤੀ ਗਈ ਸੀ, ਦੇਖੋ ਜੋ ਆਪਣੇ ਕੋਲ ਕੀ ਹੁੰਦੇ ਆ, ਹਾਂਜੀ ਇਸ ਦੇ ਵਿੱਚ ਕੀ ਕਿਹਾ ਸੀ ਇਹਨਾਂ ਨੇ, ਕਹਿੰਦੇ ਆਪਣੇ ਕੋਲ ਦੋ ਸਟੇਟਸ ਨੇ। ਅਗਰ ਤੁਸੀਂ ਗ੍ਰਾਫ ਵੀ ਦੇਖਿਆ ਹੋਣਾ ਇਸ ਤਰ੍ਹਾਂ ਨਾਲ ਹੁੰਦਾ, ਮੈਂ ਟਰਾਈ ਕਰਦੀ ਇੱਥੇ ਬਣਾਉਣ ਦੀ। ਇਸ ਤਰ੍ਹਾਂ ਨਾਲ ਕੀ ਹੁੰਦਾ A ਤੇ B, ਇਹ ਇਹਨਾਂ ਦੇ ਵਿਚਕਾਰ ਕੀ ਹੋ ਜਾਂਦਾ ਇੰਟਰ ਨਿਊਕਲੀਅਰ ਡਿਸਟੈਂਸ, ਦੈਨ ਇੱਦਾਂ ਵਰਟੀਕਲ ਲਾਈਨਸ ਹੁੰਦੀਆਂ, ਔਰ ਇੱਥੇ ਆਪਣੇ ਕੋਲ ਕੀ ਹੈ ਇਸ ਤਰ੍ਹਾਂ ਨਾਲ ਹੋਰੀਜ਼ੈਂਟਲ ਲਾਈਨਸ ਆ ਜਾਂਦੀਆਂ। ਕਲਰ ਚੇਂਜ ਕਰ ਲਿਆ ਆਪਾਂ, ਜਿਵੇਂ ਇਸ ਤਰ੍ਹਾਂ ਨਾਲ, ਇਸ ਤਰ੍ਹਾਂ ਨਾਲ। ਠੀਕ ਹੈ, ਥੋੜ੍ਹਾ ਜਿਹਾ ਇੱਦਾਂ ਬਣਿਆ ਹੁੰਦਾ ਜਿਵੇਂ A ਐਂਡ B ਹੈ। ਇਹ ਆਪਣੇ ਕੋਲ ਕੀ ਹੈ ਇੰਟਰ ਨਿਊਕਲੀਅਰ ਐਨਰਜੀ ਹੈ, IE ਲਿਖ ਦਿੰਦੇ ਹਾਂ। ਇੱਧਰ ਕੀ ਹੈ ਆਪਣੇ ਕੋਲ ਪੋਟੈਂਸ਼ੀਅਲ ਐਨਰਜੀ ਹੈ। ਠੀਕ ਹੈ ਜੀ। ਸੌਰੀ। ਤਾਂ ਕੀ ਓਬਜ਼ਰਵ ਕੀਤਾ ਗਿਆ ਸੀਗਾ, ਕਹਿੰਦੇ ਜੋ ਟ੍ਰਾਂਜੀਸ਼ਨਸ ਹੁੰਦੀਆਂ ਨੇ ਇਹਨਾਂ ਦੇ ਵਿਚਕਾਰ, ਤਾਂ ਉਹ ਜੋ ਵਾਈਬ੍ਰੇਸ਼ਨਲ ਅਗਰ ਆਪਾਂ ਗੱਲ ਕਰੀਏ, ਜੋ ਟ੍ਰਾਂਜੀਸ਼ਨਸ ਹੁੰਦੀਆਂ ਦੋ ਸਟੇਟ ਦੇ ਵਿਚਕਾਰ, ਉਹ ਕਿੱਥੋਂ ਹੁੰਦੀਆਂ ਨੇ, ਐਕਸਟ੍ਰੀਮ ਪੋਜੀਸ਼ਨ ਉਹ ਵਾਈਬ੍ਰੇਸ਼ਨਲ ਲੈਵਲ ਤੋਂ। ਦੇਖੋ ਇੱਕ ਪੈਂਡੂਲਮ ਕਿਸ ਤਰ੍ਹਾਂ ਨਾਲ ਹੁੰਦਾ, ਇਹ ਮੇਨ ਪੋਜੀਸ਼ਨ ਹੁੰਦੀ ਹੈ, ਦੈਨ ਇੱਧਰ ਕੀ ਹੋ ਜਾਂਦੀਆਂ ਨੇ, ਦੋ ਐਕਸਟ੍ਰੀਮ ਪੋਜੀਸ਼ਨਸ ਹੋ ਜਾਂਦੀਆਂ ਨੇ। ਠੀਕ ਹੈ, E1 ਐਂਡ E2। ਤਾਂ ਇਹ ਕਹਿੰਦੇ ਕੀ ਹੈ ਐਕਸਟ੍ਰੀਮ ਪੋਜੀਸ਼ਨ 'ਤੇ, ਕਹਿੰਦੇ ਇਹਨਾਂ ਨੂੰ ਕੀ ਲੱਗਦਾ ਸੀ ਕਿ ਐਕਸਟ੍ਰੀਮ ਪੋਜੀਸ਼ਨ 'ਤੇ ਸਭ ਤੋਂ ਜ਼ਿਆਦਾ ਕੀ ਹੁੰਦੀ ਹੈ, ਸਭ ਤੋਂ ਜ਼ਿਆਦਾ ਕੀ ਹੁੰਦੀ ਹੈ ਇੱਥੇ, ਕੀ ਹੁੰਦੀ ਹੈ ਪ੍ਰੋਬੇਬਿਲਿਟੀ ਹੁੰਦੀ ਹੈ ਨਿਊਕਲੀਆਈ ਦੀ ਫਾਈਂਡ ਕਰਨ ਦੀ, ਮਤਲਬ ਇੱਥੇ ਮਿਲਣ ਦੀ ਸਭ ਤੋਂ ਜ਼ਿਆਦਾ ਪ੍ਰੋਬੇਬਿਲਿਟੀ ਕਿੱਥੇ ਹੁੰਦੀ ਹੈ, ਐਕਸਟ੍ਰੀਮ ਪੋਜੀਸ਼ਨ 'ਤੇ ਹੁੰਦੀ ਹੈ। ਅਤੇ ਲੋਐਸਟ ਕਿੱਥੇ ਗਿਆ ਸੀ, ਉਹ ਕਹਿੰਦੇ ਜਿਹੜੀ ਅਗਰ ਆਪਾਂ ਗੱਲ ਕਰੀਏ ਹਾਊਐਵਰ ਦਾ ਜੋ ਲੋਐਸਟ ਵਾਈਬ੍ਰੇਸ਼ਨਲ ਐਨਰਜੀ ਲੈਵਲਸ ਹੈ, ਲੋਐਸਟ ਵਾਈਬ੍ਰੇਸ਼ਨਲ ਲੈਵਲਸ ਹੈ ਕੁਆਂਟਮ ਮੈਕੈਨਿਕਸ ਦੇ, ਉਹ ਪ੍ਰੈਡਿਕਟ ਗਏ ਕਿ ਮੋਸਟ ਪ੍ਰੋਬੇਬਲ ਪੋਜੀਸ਼ਨ 'ਤੇ ਰਹਿਣਗੇ। ਨਿਊਕਲੀਆਈ ਦਾ ਜੋ ਮੋਸਟ ਪ੍ਰੋਬੇਬਲ ਪੋਜੀਸ਼ਨ ਹੋਊਗੀ
ਉੱਥੇ ਕੀ ਹੋਊਗਾ, ਲੋਐਸਟ ਵਾਈਬ੍ਰੇਸ਼ਨਲ ਲੈਵਲਸ ਹੋਣਗੇ। ਮੀਨਸ ਅਗਰ ਆਪਾਂ ਗੱਲ ਕਰੀਏ ਇਕੁਇਲਿਬਰੀਅਮ ਪੋਜੀਸ਼ਨ 'ਤੇ, ਕਿੱਥੇ, ਇਕੁਇਲਿਬਰੀਅਮ ਪੋਜੀਸ਼ਨ 'ਤੇ ਕੀ ਆਪਣੇ ਕੋਲ ਕੀ ਕਰਨਗੇ, ਐਗਜ਼ਿਸਟ ਕਰਨਗੇ। ਠੀਕ ਹੈ ਜੀ, ਮਿਨੀਮਾ ਕਹਿ ਸਕਦੇ ਹਾਂ ਕਿਸੇ ਵੀ ਕਰਵ ਦਾ। ਤਾਂ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ ਜੋ ਵਾਈਬ੍ਰੇਸ਼ਨਲ ਲੈਵਲ ਹੈ, मीन्स v की हो जाए ज़ीरो हो जाए अदर दैन वैल्यूज़, तो v की हो गया, न्यू की हो गया, ज़ीरो हो गया, तो ये कोरसपोंड कित्थों करता है, एक्सट्रीम पोजीशन टू मिड पॉइंट तक, जो अपने को आप मीन पोजीशन भी बोल देना, मिड पोजीशन तक। फोर किहदे लिए केस है अपने को, जो न्यू की हो गया अपने को जीरो, इसका मतलब ट्रांजिशन शुरू कित्थों होईयां ने अपने को, एक्सट्रीम पोजीशन तो की हो गई, ट्रांजिशनस भी की होगी, स्टार्टिंग होगी। ठीक है जी, स्टार्ट कित्थों होईयां ने अपने को, एक्सट्रीम पोजीशन तो होईयां ने, ते कित्थे तक चल रही ने अपने को, मीन पोजीशन तक, मिड पोजीशन तक की हो रही है, इन्हां दी ट्रांजिशन हो रही है। आर मोस्ट प्रोबेबल, मोस्ट इंटेंस केसेस होंगे। क्लीयर है जी, आई होप तुहानू ये चीज़ की होगी, क्लीयर होगी। ठीक है जी, क्लीयर। तो इसका मतलब जो अपने को इलैक्ट्रॉनिक ट्रांजिशंस हैं, जो इलैक्ट्रॉनिक ट्रांजिशन है इन मोलीक्यूल, कोई भी मोलीक्यूल दे विच वो कदों टेक प्लेस करती है अपने को, जदों की है सो रैपिडली की होवे, जो वाइब्रेशन की होवे, मोशन होवे, वाइब्रेशन मोशन हो जाए, दैट जो उन्हां दा इंटर न्यूक्लियर डिस्टेंस एंड जो उन्होंने विलोसिटी है वो की रवे न्यूक्लियाई दी अनचेंज, मतलब यह की रहन दोनों सेम रहन, चेंज ना होवे, उस टाइम अपने कोल की होगी, इलैक्ट्रॉनिक ट्रांजिशंस होन गया। इन्नी फास्ट किन्ने टाइम दे विच होन गया, ये 10⁻⁻15 सेकेंड दे विच इन्नी फास्टली होन गया, ताही इन्हां दा जो डिस्टेंस है अपने कोल, डिस्टेंस एंड इंटर न्यूक्लियर डिस्टेंस एंड वेलोसिटीज वो की रह जाएगियां अपने कोल, सेम रह जाएगियां। क्लीयर होया, आई होप तुहानू फ्रैंक कॉर्डन जो प्रिंसीपल है वो भी की हो चुके हैं, क्लीयर हो चुके हैं। ठीक है जी, इस दे नाल मोस्टली तुहाडी अटोमिक एंड मोलीकुलर फिजिक्स हो गई है। एंड तुहाडा अगर कोई डाउट होंदा है तुसीं ओह पुछ सकदे हो, प्लीज़ फीडबैक दिया करो, तुहानू वीडियो किद्दां दी लगी है, मैनू भी थोड़ी जी मोटिवेशन मिले कि मैं डेली वीडियोज़ अपलोड कर पावां। ठीक है जी, एंड शेयर करना ना भुलिया करो। चैनल ते न्यू हो तो सबसक्राइब जरूर कर लियो, ईवन एंड टैलीग्राम ग्रुप नू भी ज्वाइन कर लियो, तो सारिया अपडेट्स उत्थे मिलदियां रहिंदियां ने। ठीक है जी, थैंक यू सो मच, शेयर करना ना भुलियो एंड फीडबैक ज़रूर दियो। थैंक यू।